हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਮਾਸਟਰ ਕੇਡਰ SST ਦੇ ਵਿੱਚ ਟੌਪਿਕ ਹੈ ਜਿਹੜਾ ਸਟਾਰਟ ਕਰਿਆ ਹੋਇਆ ਇੰਡੀਅਨ ਕਨਸਟੀਟਿਊਸ਼ਨ, ਭਾਰਤੀ ਸੰਵਿਧਾਨ। ਇਸ ਤੇ ਆਧਾਰਿਤ ਜਿੰਨੇ ਵੀ MCQ ਪ੍ਰਸ਼ਨ ਉੱਤਰ ਨੇ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ। ਸੋ ਅਗਲੀ ਕਲਾਸ ਲੈ ਕੇ ਆਏ ਹਾਂ ਕਲਾਸ 3। ਇਸ ਤੋਂ ਪਹਿਲਾਂ 2 ਕਲਾਸਾਂ ਲੱਗ ਚੁੱਕੀਆਂ ਨੇ। ਸੋ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ। ਜਿਨ੍ਹਾਂ ਨੇ ਹਾਲੇ ਤੱਕ ਉਹ ਰੀਡ ਨਹੀਂ ਕੀਤੀਆਂ ਤਾਂ ਰੀਡ ਜ਼ਰੂਰ ਕਰ ਲਿਓ। ਬਾਕੀ ਡੇਲੀ ਕਲਾਸ ਦੀ ਤੁਹਾਨੂੰ ਅਪਡੇਟ ਮਿਲਦੀ ਰਹੇ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ MCQ ਪ੍ਰਸ਼ਨ ਉੱਤਰ। ਤਾਂ ਪ੍ਰਸ਼ਨ ਨੰਬਰ 51 ਤੋਂ ਸਟਾਰਟ ਕਰਾਂਗੇ। ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਕਥਨ ਹੈ ਜਿਹੜਾ 1935 ਦੇ ਐਕਟ ਬਾਰੇ ਸਹੀ ਨਹੀਂ ਹੈ। ਸੋ 4 ਇਹ ਕਥਨ ਹੈ ਜਿਹੜੇ ਦਿੱਤੇ ਗਏ ਨੇ, ਕਿਹੜਾ ਇਹਨਾਂ ਦੇ ਵਿੱਚੋਂ ਸਹੀ ਨਹੀਂ ਹੈ ਜੋ 1935 ਦਾ ਐਕਟ ਸੀਗਾ ਇਹਦੇ ਨਾਲ ਸੰਬੰਧਿਤ ਇਹ ਪੁੱਛਿਆ ਗਿਆ। ਪ੍ਰਾਂਤਾਂ ਦੇ ਵਿੱਚ ਸਵੈ ਸ਼ਾਸਨ ਦੀ ਵਿਵਸਥਾ, ਸਰਬ ਭਾਰਤੀ ਸੰਘ ਦੀ ਵਿਵਸਥਾ, ਸੈਕਟਰੀ ਆਫ ਸਟੇਟ ਦੀ ਇੰਡੀਆ ਕੌਂਸਲ ਦੀ ਸਮਾਪਤੀ ਜਾਂ ਫਿਰ ਸੰਪਰਦਾਇਕ ਚੋਣ ਪ੍ਰਣਾਲੀ ਦਾ ਆਗਮਨ। ਤਾਂ 1935 ਦੇ ਐਕਟ ਬਾਰੇ ਜਿਹੜਾ ਕਥਨ ਸਹੀ ਨਹੀਂ ਹੈ ਉਹ ਆਪਸ਼ਨ ਸੱਸਾ ਆਏਗੀ, ਸੰਪਰਦਾਇਕ ਚੋਣ ਪ੍ਰਣਾਲੀ ਦਾ ਆਗਮਨ। ਸੋ ਇਹ ਕਥਨ ਹੈ ਜਿਹੜਾ 1935 ਦੇ ਐਕਟ ਦੇ ਬਾਰੇ ਸਹੀ ਨਹੀਂ ਹੈ, ਤਾਂ ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਪ੍ਰਾਂਤਾਂ ਦੇ ਵਿੱਚ ਸਵੈ ਸ਼ਾਸਨ ਦੀ ਵਿਵਸਥਾ ਕਿਸ ਐਕਟ ਦੇ ਅਧੀਨ ਕੀਤੀ ਗਈ ਸੀ। 1909 ਦੇ ਐਕਟ ਅਧੀਨ, 1919, 1935 ਜਾਂ ਫਿਰ 1947। ਤਾਂ ਇਹ ਵਿਵਸਥਾ ਕੀਤੀ ਗਈ ਸੀ ਜੀ 1935 ਦੇ ਐਕਟ ਅਧੀਨ, ਪ੍ਰਾਂਤਾਂ ਦੇ ਵਿੱਚ ਸਵੈ ਸ਼ਾਸਨ ਦੀ ਵਿਵਸਥਾ। ਸੋ ਉੱਪਰ 51 ਨੰਬਰ ਪ੍ਰਸ਼ਨ 'ਤੇ ਦੇਖ ਸਕਦੇ ਹੋ ਇੱਕ ਕਥਨ ਇਹਦੇ ਵਿੱਚ ਇਹ ਪਿਆ 1935 ਦੇ ਐਕਟ ਬਾਰੇ ਇਹ ਕਥਨ ਜਿਹੜਾ ਬਿਲਕੁਲ ਸਹੀ ਹੈ। ਸੋ ਰਾਈਟ ਆਨਸਰ 52 ਨੰਬਰ ਪ੍ਰਸ਼ਨ ਦਾ ਆਪਸ਼ਨ ਈਡੀ ਬਣੇਗਾ। ਅਗਲਾ ਪ੍ਰਸ਼ਨ ਹੈ, ਜਵਾਹਰ ਲਾਲ ਨਹਿਰੂ ਨੇ ਕਿਸ ਐਕਟ ਨੂੰ ਦਾਸਤਾ ਦਾ ਨਵਾਂ ਬੰਧਨ ਮੰਨਿਆ ਹੈ। 1909 ਦੇ ਐਕਟ ਨੂੰ, 1919 ਦੇ ਐਕਟ ਨੂੰ, 1935 ਦੇ ਐਕਟ ਨੂੰ ਜਾਂ ਫਿਰ 1947 ਦੇ ਐਕਟ ਨੂੰ। ਤਾਂ ਇਹ ਮੰਨਿਆ ਜੀ ਆਪਸ਼ਨ ਈਡੀ 1935 ਦੇ ਐਕਟ ਨੂੰ ਜਵਾਹਰ ਲਾਲ ਨਹਿਰੂ ਨੇ ਦਾਸਤਾ ਦਾ ਨਵਾਂ ਬੰਧਨ, ਨਿਊ ਚਾਰਟਰ ਆਫ ਸੈਲੇਵਰੀ ਮੰਨਿਆਗਾ। ਤਾਂ ਆਪਸ਼ਨ ਈਡੀ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, 1934 ਵਿੱਚ ਸਭ ਤੋਂ ਪਹਿਲਾਂ ਭਾਰਤ ਲਈ ਸੰਵਿਧਾਨ ਸਭਾ ਦਾ ਨਿਰਮਾਣ ਕਰਨ ਦਾ ਵਿਚਾਰ ਸੀ ਜਿਹੜਾ ਕਿਸ ਨੇ ਦਿੱਤਾ ਸੀ। BN ਰਾਓ ਨੇ, MN ਰਾਏ ਨੇ, ਮਦਨ ਮੋਹਨ ਮਾਲਵੀਆ ਨੇ ਜਾਂ ਫਿਰ ਡਾਕਟਰ ਰਜਿੰਦਰ ਪ੍ਰਸਾਦ ਨੇ। ਤਾਂ ਇਹ ਸਭ ਤੋਂ ਪਹਿਲਾਂ ਭਾਰਤ ਲਈ ਸੰਵਿਧਾਨ ਸਭਾ ਦਾ ਨਿਰਮਾਣ ਕਰਨ ਦਾ ਜਿਹੜਾ ਵਿਚਾਰ ਸੀ 1934 ਦੇ ਵਿੱਚ MN ਰਾਏ ਨੇ ਦਿੱਤਾ ਸੀਗਾ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਭਾਰਤੀ ਰਾਸ਼ਟਰੀ ਕਾਂਗਰਸ ਨੇ ਸੰਵਿਧਾਨ ਸਭਾ ਦੇ ਨਿਰਮਾਣ ਦੀ ਮੰਗ ਕਦੋਂ ਕੀਤੀ ਸੀ। 1934 ਵਿੱਚ, 1935 ਵਿੱਚ, 1936 ਵਿੱਚ ਜਾਂ ਫਿਰ 1946 ਦੇ ਵਿੱਚ। ਤਾਂ ਇਹ ਮੰਗ ਕੀਤੀ ਸੀ ਜੀ 1935 ਦੇ ਵਿੱਚ। ਜੋ ਭਾਰਤੀ ਰਾਸ਼ਟਰੀ ਕਾਂਗਰਸ ਸੀ ਤਾਂ ਇਸ ਨੇ ਸੰਵਿਧਾਨ ਸਭਾ ਦੇ ਨਿਰਮਾਣ ਦੀ ਮੰਗ ਹੈ ਜਿਹੜੀ 1935 ਦੇ ਵਿੱਚ ਕੀਤੀ ਸੀ। ਸੋ ਨਾਲ ਦੀ ਨਾਲ ਕਮੈਂਟ ਕਰਦੇ ਜਾਇਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਲਈ ਸੰਵਿਧਾਨ ਸਭਾ ਦੇ ਗਠਨ ਦੀ ਮੰਗ ਬ੍ਰਿਟਿਸ਼ ਸਰਕਾਰ ਨੇ ਕਦੋਂ ਪ੍ਰਵਾਨ ਕੀਤੀ ਸੀ, ਯਾਨੀ ਕਿ ਮਨਜ਼ੂਰ ਕਰ ਲਈ ਸੀ। ਅਗਸਤ ਆਫਰ 1940 ਜਾਂ 1941 ਜਾਂ 1942 ਜਾਂ ਫਿਰ 1945 ਵਿੱਚ। ਤਾਂ ਇਹ ਬ੍ਰਿਟਿਸ਼ ਸਰਕਾਰ ਦੇ ਵੱਲੋਂ ਪ੍ਰਵਾਨ ਕੀਤੀ ਗਈ ਸੀ ਅਗਸਤ ਆਫਰ 1940। ਤਾਂ ਇੱਥੋਂ ਹੀ ਆਪਾਂ ਗੈਸ ਲਗਾ ਸਕਦੇ ਹਾਂ। ਸੋ ਭਾਰਤੀ ਸੰਵਿਧਾਨ ਲਈ ਸੰਵਿਧਾਨ ਸਭਾ ਦੇ ਗਠਨ ਦੀ ਮੰਗ ਹੈ ਜਿਹੜੀ ਬ੍ਰਿਟਿਸ਼ ਸਰਕਾਰ, ਅੰਗਰੇਜ਼ਾਂ ਦੀ ਸਰਕਾਰ ਵੱਲੋਂ ਅਗਸਤ ਆਫਰ 1940 ਨੂੰ ਹੈ ਜਿਹੜੀ ਪ੍ਰਵਾਨ ਕੀਤੀ ਗਈ ਸੀ। ਪਰ ਭਾਰਤੀ ਸੰਵਿਧਾਨ ਸਭਾ ਦਾ ਨਿਰਮਾਣ ਕਿਸ ਯੋਜਨਾ ਦੇ ਅੰਤਰਗਤ ਨਵੰਬਰ 1946 ਦੇ ਵਿੱਚ ਹੋਇਆ। ਕ੍ਰਿਪਸ ਮਿਸ਼ਨ ਯੋਜਨਾ, ਕੈਬਨਿਟ ਮਿਸ਼ਨ ਯੋਜਨਾ, ਅਗਸਤ ਆਫਰ ਜਾਂ ਫਿਰ ਉਪਰੋਕਤ ਸਾਰੇ। ਤਾਂ ਇਹਦਾ ਰਾਈਟ ਆਨਸਰ ਆਏਗਾ ਜੀ ਆਪਸ਼ਨ ਆੜਾ ਕੈਬਨਿਟ ਮਿਸ਼ਨ ਯੋਜਨਾ। ਤਾਂ ਭਾਰਤੀ ਸੰਵਿਧਾਨ ਸਭਾ ਦਾ ਨਿਰਮਾਣ ਹੈ ਜਿਹੜਾ ਉਹ ਕੈਬਨਿਟ ਮਿਸ਼ਨ ਯੋਜਨਾ ਦੇ ਅੰਤਰਗਤ ਨਵੰਬਰ 1946 ਦੇ ਵਿੱਚ ਹੋਇਆ ਸੀ। ਅਗਰ ਟਾਈਮਿੰਗ ਪੁੱਛੀ ਜਾਵੇ ਤਾਂ 1946। ਅਗਲਾ ਪ੍ਰਸ਼ਨ ਹੈ, ਸੰਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਸ਼ੁਰੂ ਦੇ ਵਿੱਚ ਯਾਨੀ ਕਿ ਸਟਾਰਟਿੰਗ ਦੇ ਵਿੱਚ ਕਿੰਨੀ ਸੀ। 296, 399, 313 ਜਾਂ ਫਿਰ 315। ਤਾਂ ਇਹ ਗਿਣਤੀ ਸੀ ਜੀ 399। ਆਪਸ਼ਨ ਆੜਾ ਸ਼ੁਰੂ ਦੇ ਵਿੱਚ 399 ਗਿਣਤੀ ਸੀ ਸੰਵਿਧਾਨ ਸਭਾ ਦੇ ਮੈਂਬਰਾਂ ਦੀ। ਭਾਰਤੀ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਵੰਡ
किस प्रकार सी ਜਾਂ इस प्रकार सी, इस तरह क्वेश्चन बना दिता जाता है। 296 सीटां ब्रिटिश भारत ਨੂੰ, 93 देसी रियासतां ਨੂੰ, 290 सीटां ब्रिटिश भारत ਨੂੰ ਜਾਂ सिर्फ ਊੜਾ ਅਤੇ ਆੜਾ। ਤਾਂ ਇਹਦਾ ਰਾਈਟ ਆਨਸਰ ਜਿਹੜਾ ਬਣੇਗਾ ਉਹ ਸੱਸਾ ਬਣੇਗਾ, ਊੜਾ ਆਪਸ਼ਨ ਅਤੇ ਆੜਾ, ਯਾਨੀ ਕਿ 296 ਸੀਟਾਂ ਬ੍ਰਿਟਿਸ਼ ਭਾਰਤ ਨੂੰ ਅਤੇ 93 ਦੇਸੀ ਰਿਆਸਤਾਂ ਨੂੰ। ਤਾਂ ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਸਭਾ ਦੇ 399 ਮੈਂਬਰਾਂ ਵਿੱਚੋਂ ਕਿੰਨੀ ਗਿਣਤੀ ਦੇਸੀ ਰਿਆਸਤਾਂ ਦੇ ਪ੍ਰਤੀਨਿਧਾਂ ਦੀ ਸੀ? 295, 96, 93 ਜਾਂ ਫਿਰ 96। ਤਾਂ ਹੁਣੇ ਆਪਾਂ ਪੜ੍ਹ ਕੇ ਆਏ ਹਾਂ, ਤਾਂ ਇਹ ਸੀ ਜੀ 93। 296 ਤਾਂ ਬ੍ਰਿਟਿਸ਼ ਭਾਰਤ ਨੂੰ ਸੀ ਅਤੇ 93 ਸੀ ਜਿਹੜੀ ਉਹ ਦੇਸੀ ਰਿਆਸਤਾਂ ਦੀ ਸੀ। ਤਾਂ ਟੋਟਲ ਬਣਦੇ ਸੀ ਇਹ 399। ਭਾਰਤੀ ਸੰਵਿਧਾਨ ਸਭਾ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਸੀ? ਇਸ ਦਾ ਨਿਰਮਾਣ ਕੈਬਨਿਟ ਮਿਸ਼ਨ ਯੋਜਨਾ ਦੇ ਤਹਿਤ ਹੋਇਆ। ਸੰਵਿਧਾਨ ਸਭਾ ਦੇ ਕੁੱਲ 399 ਮੈਂਬਰ ਨੇ, ਸੋ ਇਹ ਤਾਂ ਆਪਾਂ ਨੂੰ ਹੁਣੇ ਪੜ੍ਹ ਕੇ ਆਏ ਹਾਂ। 296 ਮੈਂਬਰ ਬ੍ਰਿਟਿਸ਼ ਭਾਰਤ ਦੇ, 93 ਮੈਂਬਰ ਦੇਸੀ ਰਿਆਸਤਾਂ ਦੇ ਪ੍ਰਤੀਨਿਧ, ਇਹ ਵੀ ਹੁਣ ਆਪਾਂ ਪੜ੍ਹ ਕੇ ਆਏ ਹਾਂ। ਰਹਿ ਗਿਆ ਇਸ ਦਾ, ਇਹ ਵੀ ਬਿਲਕੁਲ ਸਹੀ ਹੈ, ਇਸ ਕਰਕੇ ਉਪਰੋਕਤ ਸਾਰੇ ਜਿਹੜਾ ਸਾਡਾ ਰਾਈਟ ਆਨਸਰ ਆਏਗਾ। ਸੋ ਤਿੰਨੋਂ ਇਹ ਸੰਵਿਧਾਨ ਸਭਾ ਦੀਆਂ ਵਿਸ਼ੇਸ਼ਤਾਵਾਂ ਨੇ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਲਈ ਚੋਣਾਂ ਦਾ ਆਯੋਜਨ ਕਦੋਂ ਕੀਤਾ ਗਿਆ ਸੀ? ਜੁਲਾਈ ਅਗਸਤ 1945, ਜੁਲਾਈ ਅਗਸਤ 1946, ਸਤੰਬਰ 1945 ਜਾਂ ਫਿਰ ਸਤੰਬਰ 1946। ਤਾਂ ਇਹ ਕੀਤਾ ਗਿਆ ਸੀਗਾ ਜੀ ਜੁਲਾਈ ਅਗਸਤ 1946 ਦੇ ਵਿੱਚ। ਭਾਰਤੀ ਸੰਵਿਧਾਨ ਸਭਾ ਲਈ ਚੋਣਾਂ ਦਾ ਆਯੋਜਨ ਸੀ ਜਿਹੜਾ ਜੁਲਾਈ ਅਗਸਤ ਮੰਥ 1946 ਦੇ ਵਿੱਚ ਕੀਤਾ ਗਿਆ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸ ਨੂੰ ਕੁੱਲ ਕਿੰਨੀਆਂ ਸੀਟਾਂ ਮਿਲੀਆਂ ਸੀ? 208, 73, 15 ਜਾਂ ਫਿਰ 93। ਤਾਂ ਇਹ ਸੀਟਾਂ ਮਿਲੀਆਂ ਸੀ ਜੀ 208। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਕਾਂਗਰਸ ਨੂੰ ਜਿਹੜੀਆਂ ਕੁੱਲ 208 ਸੀਟਾਂ ਮਿਲੀਆਂ ਸੀ ਭਾਰਤੀ ਸੰਵਿਧਾਨ ਦੀਆਂ ਚੋਣਾਂ ਦੇ ਦੌਰਾਨ। ਸੋ ਕਦੋਂ ਹੋਈਆਂ ਸੀ? ਜੁਲਾਈ ਅਗਸਤ 1946 ਦੇ ਵਿੱਚ। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਮੁਸਲਿਮ ਲੀਗ ਨੂੰ ਕਿੰਨੀਆਂ ਸੀਟਾਂ ਮਿਲੀਆਂ? 73, 74, 75 ਜਾਂ ਫਿਰ 76। ਤਾਂ ਇਹ ਸੀਟਾਂ ਮਿਲੀਆਂ ਸੀ ਜੀ 73। ਮੁਸਲਿਮ ਲੀਗ ਨੂੰ 73 ਸੀਟਾਂ ਮਿਲੀਆਂ ਸੀ ਅਤੇ ਜੋ ਕਾਂਗਰਸ ਪਾਰਟੀ ਸੀ ਤਾਂ ਇਸ ਨੂੰ 208 ਸੀਟਾਂ ਸੀ ਜਿਹੜੀਆਂ ਮਿਲੀਆਂ ਸੀ। ਭਾਰਤੀ ਸੰਵਿਧਾਨ ਸਭਾ ਵਿੱਚ ਚੋਣ ਸ਼ਾਮਲ ਨਹੀਂ ਸੀ। BR ਅੰਬੇਦਕਰ। ਤਾਂ ਇੱਥੇ ਕੌਣ ਸ਼ਾਮਲ ਨਹੀਂ ਸੀ ਬਣਦਾ? ਇੱਥੇ ਚੋਣ ਬਣਿਆ ਹੋਇਆ ਹੈ। KM ਮੁਨਸ਼ੀ, ਡਾਕਟਰ ਰਜਿੰਦਰ ਪ੍ਰਸਾਦ ਜਾਂ ਫਿਰ ਮਹਾਤਮਾ ਗਾਂਧੀ। ਤਾਂ ਆਨਸਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ, ਮਹਾਤਮਾ ਗਾਂਧੀ ਭਾਰਤੀ ਸੰਵਿਧਾਨ ਸਭਾ ਵਿੱਚ ਜਿਹੜਾ ਸ਼ਾਮਲ ਨਹੀਂ ਸੀ। ਭਾਰਤੀ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਕਦੋਂ ਹੋਈ ਸੀ? ਕਾਫੀ ਵਾਰ ਇਹ ਕੁਐਸਚਨ ਪੁੱਛਿਆ ਗਿਆ ਐਗਜ਼ਾਮ ਦੇ ਵਿੱਚ। 7 ਦਸੰਬਰ 1946, 9 ਦਸੰਬਰ 1946, 11 ਦਸੰਬਰ 1946 ਜਾਂ ਫਿਰ 13 ਦਸੰਬਰ 1946। ਤਾਂ ਭਾਰਤੀ ਸੰਵਿਧਾਨ ਸਭਾ ਦੀ ਪਹਿਲੀ ਜਿਹੜੀ ਮੀਟਿੰਗ ਸੀ ਉਹ 9 ਦਸੰਬਰ 1946 ਦੇ ਵਿੱਚ ਹੋਈ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਵਿੱਚ ਕਿਸ ਪਾਰਟੀ ਨੇ ਭਾਗ ਨਹੀਂ ਲਿਆ ਸੀ? ਕਾਂਗਰਸ, ਮੁਸਲਿਮ ਲੀਗ, ਦੋਵਾਂ ਨੇ ਜਾਂ ਫਿਰ ਆਜ਼ਾਦ ਪਾਰਟੀਆਂ ਨੇ। ਤਾਂ ਇਹ ਪਾਰਟੀ ਸੀ ਜੀ ਮੁਸਲਿਮ ਲੀਗ। ਮੁਸਲਿਮ ਲੀਗ ਨੇ ਜਿਹੜੇ ਭਾਰਤੀ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਸੀ ਤਾਂ ਇਸ ਵਿੱਚ ਭਾਗ ਨਹੀਂ ਲਿਆ ਸੀ। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਸਭਾ ਦਾ ਅਸਥਾਈ ਪ੍ਰਧਾਨ 9 ਦਸੰਬਰ 1946 ਵਿੱਚ ਕਿਸ ਨੂੰ ਬਣਾਇਆ ਗਿਆ ਸੀ? ਸਰਦਾਰ ਵੱਲਭ ਭਾਈ ਪਟੇਲ ਨੂੰ, ਡਾਕਟਰ ਸਚਿਦਾਨੰਦ ਸਿਨਹਾ ਨੂੰ, ਡਾਕਟਰ ਰਜਿੰਦਰ ਪ੍ਰਸਾਦ ਨੂੰ ਜਾਂ ਫਿਰ ਡਾਕਟਰ ਭੀਮ ਰਾਓ ਅੰਬੇਦਕਰ ਨੂੰ। ਤਾਂ ਭਾਰਤੀ ਸੰਵਿਧਾਨ ਸਭਾ ਦਾ ਅਸਥਾਈ ਪ੍ਰਧਾਨ 9 ਦਸੰਬਰ 1946 ਦੇ ਵਿੱਚ ਜਿਹੜਾ ਅਸਥਾਈ ਤੌਰ 'ਤੇ ਬਣਾਇਆ ਗਿਆ ਸੀ ਉਹ ਸੀ ਡਾਕਟਰ ਸਚਿਦਾਨੰਦ ਸਿਨਹਾ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, 11 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ ਦੂਜੀ ਬੈਠਕ ਵਿੱਚ ਕਿਸ ਨੂੰ ਭਾਰਤੀ ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਬਣਾਇਆ ਗਿਆ ਸੀ? ਸੋ ਸਥਾਈ ਤੇ ਅਸਥਾਈ ਪ੍ਰਧਾਨ ਇਹਨਾਂ ਦੋਨਾਂ ਵਿੱਚੋਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਸਰਦਾਰ ਵੱਲਭ ਭਾਈ ਪਟੇਲ, ਡਾਕਟਰ ਸਚਿਦਾਨੰਦ ਸਿਨਹਾ
ਡਾਕਟਰ ਰਾਜਿੰਦਰ ਪ੍ਰਸਾਦ ਜਾਂ ਫਿਰ ਡਾਕਟਰ ਭੀਮ ਰਾਓ ਅੰਬੇਦਕਰ। ਸੋ ਸੱਚਿਦਾਨੰਦ ਸਿਨਹਾ ਤਾਂ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ, ਅਸਥਾਈ ਪ੍ਰਧਾਨ ਬਣਾਏ ਗਏ ਸੀਗੇ 9 ਦਸੰਬਰ 1946 ਜਿਹੜੀ ਪਹਿਲੀ ਮੀਟਿੰਗ ਹੋਈ ਸੀ। ਇਸ ਤੋਂ ਬਾਅਦ ਦੂਸਰੀ ਮੀਟਿੰਗ ਹੁੰਦੀ ਹੈ 11 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ, ਤਾਂ ਇਹਦੇ ਵਿੱਚ ਸਥਾਈ ਪ੍ਰਧਾਨ ਸੀ ਜਿਹੜਾ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਬਣਾਇਆ ਗਿਆ ਸੀ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਸਭਾ ਦੇ ਉਪ ਪ੍ਰਧਾਨ ਕਿੰਨੇ ਸਨ? ਵਾਈਸ ਪ੍ਰੈਜ਼ੀਡੈਂਟ 2, 1, 3 ਜਾਂ ਫਿਰ 4। ਤਾਂ ਭਾਰਤੀ ਜੋ ਸੰਵਿਧਾਨ ਸਭਾ ਸੀ ਤਾਂ ਇਸ ਦੇ ਜਿਹੜੇ ਉਪ ਪ੍ਰਧਾਨ ਸੀ ਉਹ 2 ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਸਭਾ ਦੇ ਉਪ ਪ੍ਰਧਾਨ ਕੌਣ ਸਨ? ਐਚ ਜੀ ਮੁਖਰਜੀ, ਵੀ ਟੀ ਕ੍ਰਿਸ਼ਨਾਮਚਾਰੀ ਜਾਂ ਸਿਰਫ 1 ਜਾਂ ਸਿਰਫ ਊੜਾ ਅਤੇ ਆੜਾ। ਤਾਂ ਭਾਰਤੀ ਸੰਵਿਧਾਨ ਸਭਾ ਦੇ ਜਿਹੜੇ ਉਪ ਪ੍ਰਧਾਨ ਸੀ ਤਾਂ ਇਹਦੇ ਵਿੱਚ ਸੱਸਾ ਜਿਹੜਾ ਸਾਡਾ ਰਾਈਟ ਆਨਸਰ ਬਣੇਗਾ, ਯਾਨੀ ਕਿ ਐਚ ਸੀ ਮੁਖਰਜੀ ਅਤੇ ਵੀ ਟੀ ਕ੍ਰਿਸ਼ਨਾਮਚਾਰੀ। ਸੋ ਭਾਰਤੀ ਸੰਵਿਧਾਨ ਸਭਾ ਦੇ ਉਪ ਪ੍ਰਧਾਨ ਸੀ। ਅਗਲਾ ਪ੍ਰਸ਼ਨ ਹੈ 13 ਦਸੰਬਰ 1946 ਨੂੰ ਭਾਰਤੀ ਸੰਵਿਧਾਨ ਸਭਾ ਵਿੱਚ ਉਦੇਸ਼ ਪ੍ਰਸਤਾਵ ਕਿਸ ਨੇ ਪੇਸ਼ ਕੀਤਾ ਸੀਗਾ? ਡਾਕਟਰ ਸੱਚਿਦਾਨੰਦ ਨੇ, ਡਾਕਟਰ ਰਾਜਿੰਦਰ ਪ੍ਰਸਾਦ ਨੇ, ਜਵਾਹਰ ਲਾਲ ਨਹਿਰੂ ਨੇ ਜਾਂ ਫਿਰ ਮੋਤੀ ਲਾਲ ਨਹਿਰੂ ਨੇ। ਤਾਂ ਉਦੇਸ਼ ਪ੍ਰਸਤਾਵ ਸੀ ਜਿਹੜਾ ਭਾਰਤੀ ਸੰਵਿਧਾਨ ਸਭਾ ਦੇ ਵਿੱਚ 13 ਦਸੰਬਰ 1946 ਨੂੰ ਜਵਾਹਰ ਲਾਲ ਨਹਿਰੂ ਨੇ ਪੇਸ਼ ਕੀਤਾ ਸੀਗਾ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਸੋ 2 ਕੁਐਸਚਨ ਬਣਦੇ ਆ, ਉਦੇਸ਼ ਪ੍ਰਸਤਾਵ ਕਿਸ ਨੇ ਪੇਸ਼ ਕੀਤਾ ਸੀ ਤਾਂ ਜਵਾਹਰ ਲਾਲ ਨਹਿਰੂ ਨੇ। ਕਦੋਂ ਕੀਤਾ ਸੀ? 13 ਦਸੰਬਰ 1946 ਨੂੰ। ਤਾਂ 2 ਇੱਕ ਈਅਰ 'ਤੇ ਕੁਐਸਚਨ ਬਣਦਾ ਇੱਕ ਵਿਅਕਤੀ ਦੇ ਨਾਮ 'ਤੇ। ਅਗਲਾ ਪ੍ਰਸ਼ਨ ਹੈ ਉਦੇਸ਼ ਪ੍ਰਸਤਾਵ ਨੂੰ ਭਾਰਤੀ ਸੰਵਿਧਾਨ ਸਭਾ ਦੁਆਰਾ ਪ੍ਰਵਾਨਗੀ ਕਦੋਂ ਮਿਲੀ ਸੀ? 22 ਜਨਵਰੀ 1947, 26 ਜਨਵਰੀ 1947, 26 ਨਵੰਬਰ 1947 ਜਾਂ ਫਿਰ 22 ਜੁਲਾਈ 1947 ਨੂੰ। ਤਾਂ ਉਦੇਸ਼ ਪ੍ਰਸਤਾਵ ਨੂੰ ਭਾਰਤੀ ਸੰਵਿਧਾਨ ਸਭਾ ਦੁਆਰਾ ਜਿਹੜੀ ਪ੍ਰਵਾਨਗੀ ਸੀ 26 ਨਵੰਬਰ 1947 ਨੂੰ ਮਿਲੀ ਸੀ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਸੋ ਇਸ ਨੂੰ ਜਿਹੜਾ ਪ੍ਰਸਤਾਵ ਪੇਸ਼ ਕਰਨ ਵਾਲੇ ਜਵਾਹਰ ਲਾਲ ਨਹਿਰੂ ਸੀ, ਇਹ ਜ਼ਰੂਰ ਯਾਦ ਰੱਖਿਓ 13 ਦਸੰਬਰ 1946 ਨੂੰ, ਅਤੇ ਇਹਨੂੰ ਪ੍ਰਵਾਨਗੀ 26 ਨਵੰਬਰ 1947 ਨੂੰ ਮਿਲੀ ਸੀ। ਅਗਲਾ ਪ੍ਰਸ਼ਨ ਹੈ ਆਜ਼ਾਦ ਭਾਰਤ ਦੀ ਸਭ ਤੋਂ ਪਹਿਲੀ ਸੰਸਦ ਕਿਸ ਨੂੰ ਮੰਨਿਆ ਜਾਂਦਾ ਹੈ? ਸੁਤੰਤਰਤਾ ਐਕਟ 1947 ਨੂੰ, ਸੰਵਿਧਾਨ ਸਭਾ ਨੂੰ, ਮਾਊਂਟਬੈਟਨ ਪਲਾਨ ਨੂੰ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਆਜ਼ਾਦ ਭਾਰਤ ਦੀ ਸਭ ਤੋਂ ਪਹਿਲੀ ਸੰਸਦ ਹੈ ਜਿਹੜੀ ਉਹ ਸੰਵਿਧਾਨ ਸਭਾ ਨੂੰ ਮੰਨਿਆ ਜਾਂਦਾ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਸ ਵੀ ਗਰੁੱਪ ਵਿੱਚ ਤੁਸੀਂ ਐਡ ਹੁੰਦੇ ਹੋ। ਬਾਕੀ ਜੋ ਵੀ ਤੁਹਾਡਾ ਸਵਾਲ ਜਵਾਬ ਹੁੰਦਾ ਹੈ ਤਾਂ ਇੰਸਟਾਗ੍ਰਾਮ ਪੇਜ ਫੋਲੋ ਕਰ ਲਿਓ ਅਤੇ ਡਾਇਰੈਕਟ ਮੈਸੇਜ ਕਰ ਸਕਦੇ ਹੋ। ਇੰਸਟਾਗ੍ਰਾਮ ਪੇਜ ਦਾ ਨਾਮ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ। ਸੋ ਤੁਹਾਡੇ ਲਈ ਇਹ ਪੇਜ ਹੈ ਜਿਹੜਾ ਕ੍ਰੀਏਟ ਕੀਤਾ ਗਿਆ। ਸੋ ਸਾਰੇ ਜਾਣੇ ਜੋ ਵੀ ਇੰਸਟਾਗ੍ਰਾਮ ਯੂਜ਼ ਕਰਦੇ ਆ ਤਾਂ ਜ਼ਰੂਰ ਫੋਲੋ ਕਰਿਓ ਤਾਂ ਤੁਹਾਨੂੰ ਸ਼ਾਰਟ ਦੇ ਵਿੱਚ ਇਨਫੋਰਮੇਸ਼ਨ ਵੀ ਮਿਲਦੀ ਰਹੇ ਅਤੇ ਤੁਹਾਡੇ ਜੋ ਸਵਾਲਾਂ ਦੇ ਜਵਾਬ ਹੁੰਦੇ ਆ ਉਹ ਵੀ ਮਿਲਦੇ ਰਹਿਣ। ਬਾਕੀ ਕਲਾਸਾਂ ਕੰਟੀਨਿਊ ਚੱਲਦੀ ਰਹਿਣਗੀਆਂ। ਸੋ ਇੰਡੀਅਨ ਕੌਂਸਟੀਟਿਊਸ਼ਨ 'ਤੇ ਜਿੰਨੇ ਵੀ MCQ ਪ੍ਰਸ਼ਨ ਉੱਤਰ ਬਣਦੇ ਆ ਭਾਰਤੀ ਸੰਵਿਧਾਨ 'ਤੇ ਉਹ ਤੁਹਾਨੂੰ ਪ੍ਰੋਵਾਈਡ ਕਰਾਂਗੇ। ਸੋ ਕੰਟੀਨਿਊ ਟੌਪਿਕ ਦੇ ਵਾਈਜ਼ ਜਿਹੜੇ ਟੌਪਿਕ ਦੇ ਜਿੰਨੇ ਕੁਐਸਚਨ ਹੋਣਗੇ ਸਾਰੇ ਤੁਹਾਨੂੰ ਪ੍ਰੋਵਾਈਡ ਹੈ ਜਿਹੜੇ ਕਰਦੇ ਜਾਵਾਂਗੇ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ ਪ੍ਰਸ਼ਨ ਉੱਤਰਾਂ ਨਾਲ। ਉਦੋਂ ਤੱਕ ਲਈ ਧੰਨਵਾਦ ਜੀ।